ਵਿਰੋਧੀ ਤੁਹਾਨੂੰ ਘੇਰਦੇ ਆ ਕਿ ਨਸ਼ਿਆਂ ਦੇ ਮੁੱਦੇ ਤੇ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਤੋਂ ਮਾਫੀ ਮੰਗ ਲਈ। ਮਾਫੀ ਇਸ ਕਰਕੇ ਨਹੀਂ ਮੰਗੀ ਸੀ ਬਈ ਤੂੰ ਚਿੱਟਾ ਵੇਚਿਆ ਹੀ ਨਹੀਂ। ਨਸ਼ੇ ਦੇ ਵਿੱਚ ਸਾਡਾ ਕੋਈ ਵੀ ਐਮਐਲਏ ਕੋਈ ਵੀ ਐਮਪੀ ਸਾਡਾ ਇਨਵੋਲਵ ਨਹੀਂ ਹੋਇਆ। ਇਹਨਾਂ ਨੇ ਤਾਂ ਕਈਆਂ ਨੇ ਤਾਂ ਐਸੇ ਆ ਵਿਚਾਰੇ ਜਿਨ੍ਹਾਂ ਨੇ ਆਪਦੇ ਪਿਓ ਦਾ ਜੇ ਮੂੰਹ ਚੱਜ ਨਾਲ ਦੇਖਿਆ ਨਹੀਂ ਸੀ ਤੇ ਪਿਓ ਉੱਤੇ ਖੰਭੇ ਤੇ ਚਿੰਬੜ ਗਿਆ ਵੀ 1000 ਰੁਪਏ ਅਰਵਿੰਦ ਕੇਜਰੀਵਾਲ ਗਰੰਟੀ ਕਿਉਂ ਦੇ ਰਹੇ ਆ। ਇਕਨੋਮੀ ਨੂੰ ਬੂਸਟ ਕਰਨ ਦੇ ਲਈ ਕਿਤੇ ਨਾ ਕਿਤੇ ਤਾਂ ਫਾਈਨੈਂਸ਼ੀਅਲ ਸਰਕਲ ਓਵਰਫਲੋ ਕਰਨਾ ਪੈਣਾ। ਜਿੱਦੇ ਉਹਨਾਂ ਨੇ ਮਾਨ ਸਾਹਿਬ ਨੂੰ ਪੰਜਾਬ ਦੀ ਬਾਗਡੋਰ ਸੰਭਾਲਤੀ ਉਹਦੇ ਉਹ ਕਹਿੰਦੇ ਵੀ ਨਹੀਂ ਇਹ ਤਾਂ ਫਿਰ ਪੰਜਾਬ ਵਿਰੋਧੀ ਆ। ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਜੀ? ਅਕਾਲੀ ਦਲ ਨਾਲ ਜਾਂ ਕਾਂਗਰਸ ਨਾਲ? ਮੁਕਾਬਲਾ ਭ੍ਰਿਸ਼ਟਾਚਾਰ ਨਾਲ, ਮਾਫੀਏ ਨਾਲ ਆ। ਮੈਡਮ 2017 ਦੇ ਵਿੱਚ ਜਿਹੜੇ ਵੱਡੇ ਚਿਹਰੇ ਸੀ, ਐਸਐਚ ਫੂਲਕਾ ਸੀ, ਸੁਖਪਾਲ ਖਹਿਰਾ ਸੀ, ਗੁਰਪ੍ਰੀਤ ਘੁੱਗੀ ਸੀ, ਹੋਰ ਵੀ ਵੱਡੇ ਚਿਹਰੇ ਸੀ, ਉਹ ਇਸ ਵਾਰ ਨਹੀਂ ਹੈਗੇ। ਤੁਹਾਨੂੰ ਲੱਗਦਾ ਕਿ ਪਾਰਟੀ ਨੂੰ ਇਹਨਾਂ ਵੱਡੇ ਚਿਹਰਿਆਂ ਦੇ ਜਾਣ ਦਾ ਨੁਕਸਾਨ ਹੋਊਗਾ? ਅਗਲੀ ਇਲੈਕਸ਼ਨ ਅਸੀਂ ਪੰਜਾਬ ਮਾਡਲ ਦੇ ਨਾਂ ਤੇ ਲੜਨੀ ਹੈ ਕਿਉਂਕਿ ਅਸੀਂ ਪੰਜਾਬ 'ਚ ਕੰਮ ਕਰਕੇ ਦਿਖਾਵਾਂਗੇ। ਉਹੇ ਚ ਪੂਰੇ ਦੇਸ਼ 'ਚ ਪੰਜਾਬ ਮਾਡਲ ਚੱਲੂ, ਫਿਰ ਪੂਰੇ ਦੇਸ਼ 'ਚ ਪੰਜਾਬ ਮਾਡਲ ਚੱਲੂ। ਪ੍ਰਾਈਮੇਸ਼ੀਆ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਗਵਿੰਦਰ ਸਿੰਘ ਜੰਗੀਆਣਾ। 2022 ਦੀਆਂ ਇਲੈਕਸ਼ਨਾਂ ਦੇ ਵਿੱਚ ਬਹੁਤ ਥੋੜੇ ਦਿਨ ਰਹਿ ਚੁੱਕੇ ਨੇ। ਪੰਜਾਬ ਦੀ ਸਿਆਸਤ ਸਰਗਰਮ ਹੋ ਚੁੱਕੀ ਆ। ਸਿਆਸੀ ਉਮੀਦਵਾਰਾਂ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ। ਮੈਡਮ ਸਰਬਜੀਤ ਕੌਰ ਮਾਣੂਕੇ ਸਾਡੇ ਨਾਲ ਮੌਜੂਦ ਰਹਿਣਗੇ। ਅੱਜ ਗੱਲਬਾਤ ਕਰਾਂਗੇ। 5 ਸਾਲ ਪਹਿਲਾਂ ਐਮਐਲਏ ਰਹੇ ਨੇ। 5 ਸਾਲਾਂ ਦੇ ਵਿੱਚ ਕਿਹੜੇ ਇਹਨਾਂ ਨੇ ਕੰਮ ਕੀਤੇ ਆ ਤੇ ਜੇਕਰ ਸਰਕਾਰ ਇਹਨਾਂ ਦੀ ਬਣਦੀ ਹੈ ਦੁਬਾਰੇ ਫਿਰ ਇਹ ਐਮਐਲਏ ਬਣਦੇ ਆ ਤਾਂ ਕੀ ਵਿਜ਼ਨ ਇਹਨਾਂ ਕੋਲੇ, ਪੰਜਾਬ ਦੇ ਕਿਹੜੇ ਮਸਲੇ ਚੱਕਣਗੇ, ਹਲਕੇ ਦੇ ਕਿਹੜੇ ਕੰਮ ਕਰਨਗੇ? ਤਾਂ ਮੈਡਮ ਜੀ 5 ਸਾਲ ਤੁਸੀਂ ਐਮਐਲਏ ਰਹੇ ਹੋ, ਦੁਬਾਰੇ ਤੁਹਾਨੂੰ ਲੋਕ ਕਿਉਂ ਦੇਣ ਮੌਕਾ? 5 ਸਾਲ ਐਮਐਲਏ ਹੋਣ ਦੇ ਨਾਤੇ ਬਤੌਰ ਡਿਪਟੀ ਲੀਡਰ ਆਫ ਆਪੋਜੀਸ਼ਨ ਦੇ ਨਾਤੇ ਮੇਰੀ ਪਰਫਾਰਮੈਂਸ ਜਿਹੜੀ ਵਿਧਾਨ ਸਭਾ ਦੇ ਵਿੱਚ ਸੀ ਉਹ ਮੈਂ ਲੋਕਾਂ 'ਚ ਲੈ ਕੇ ਜਾ ਰਹੀ ਹਾਂ। ਚਾਹੇ ਉਹ ਮੇਰੇ ਸਿਵਲ ਜੱਚਾ ਬੱਚਾ ਹਸਪਤਾਲ ਜਗਰਾਉਂ ਦਾ ਹੋਵੇ ਜਿਹੜਾ ਖੁਦ ਵਿਧਾਨ ਸਭਾ ਦੇ ਵਿੱਚੋਂ ਲੜ ਕੇ ਪਾਸ ਕਰਵਾਇਆ, ਚਾਹੇ ਬਲੱਡ ਬੈਂਕ ਹੋਵੇ। ਮੇਰੇ ਜਗਰਾਉਂ ਦੇ ਵਿੱਚ ਬਲੱਡ ਬੈਂਕ ਹੈ ਨਹੀਂ ਸੀਗਾ ਤੇ ਬਲੱਡ ਕਈ ਵਾਰੀ ਮਾਈਨਰ ਬਲੱਡ ਦੇ ਚੱਕਰ 'ਚ ਵੀ ਬੰਦੇ ਦਾ ਲਾਸ ਹੋ ਜਾਂਦਾ ਸੀ। ਉਹ ਅਗਸਤ 2018 ਦੇ ਵਿੱਚ ਸ਼ੁਰੂ ਕਰਵਾਇਆ। ਬੇਸ਼ੱਕ ਅਜੇ ਉੱਥੇ ਜਿਹੜੀ ਸਾਡੀ ਸਰਕਾਰ ਆਉਣ ਤੇ ਉੱਤੇ ਪਹਿਲ ਦੇ ਆਧਾਰ ਤੇ ਕੰਮ ਹੋਣਾ, ਨਾਲ ਮੈਂ ਦੱਸੂਗੀ ਵੀ ਮੈਂ ਕੀ ਕਰੂੰਗੀ। ਉੱਥੇ ਡਾਕਟਰਸ ਹੋਣੇ ਜ਼ਰੂਰੀ ਆ। ਬਲੱਡ ਦੇ ਯੂਨਿਟਸ ਤਾਂ ਹੈਗੇ ਆ ਪਰ ਜਿਹੜੇ ਉਧਰ ਸਿਵਲ ਹਸਪੀਟਲ ਦੇ ਡਾਕਟਰ ਆ ਅਜੇ ਉਹੀ ਮੈਨੇਜ ਕਰ ਰਹੇ ਆ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਬਈ ਮੇਰੇ ਪਿੰਡ ਮਾਣੂਕੇ ਦੇ ਵਿੱਚ ITI ਹੈ, ਸਰਕਾਰੀ ITI। ਬਿਲਡਿੰਗ ਤਾਂ ਨਹੀਂ ਬਣ ਪਾਈ ਇਸ ਸਰਕਾਰ ਤੋਂ ਕੁਛ। ਉੱਥੇ ਮੈਂ ਕੰਪਿਊਟਰ ਦਾ ਟ੍ਰੇਡ ਲਿਆਂਦਾ ਤੇ ਉਹਨਾਂ ਨੂੰ 10 ਲੱਖ ਦੀ ਉਹਨੂੰ ਰੈਨੋਵੇਸ਼ਨ ਲਈ ਗ੍ਰਾਂਟ ਦਵਾਈ। ਉਸ ਤੋਂ ਬਾਅਦ ਗੱਲ ਕਰੀਏ ਜਗਰਾਉਂ ਦੀ, ਮੇਰਾ ਬੇਟ ਏਰੀਆ ਬੜਾ ਬੈਕਵਰਡ ਜਿਹਾ ਏਰੀਆ, ਥੋੜਾ ਜਿਹਾ ਵਿਚਾਰਾ ਉੱਥੇ ਦੇ ਲੋਕਾਂ ਨੂੰ ਸਹੂਲਤਾਂ ਦੀ ਘਾਟ ਹੈ ਕਿਉਂਕਿ ਬੱਸਿਸ ਵਗੈਰਾ ਨਹੀਂ ਹੈ ਉੱਥੇ। ਤੁਸੀਂ ਮਿਲੋਗੇ ਤੇ ਤੁਸੀਂ ਖੁਦ ਹੈਰਾਨ ਹੋਵੋਗੇ ਵੀ ਲੁਧਿਆਣਾ ਜਿਹੜਾ ਸਮਾਰਟ ਸਿਟੀ ਥਾਊਜ਼ੈਂਡਸ ਕਰੋੜਸ ਹਰ ਵਾਰ ਖਰਚਦਾ, 4000 ਕਰੋੜ ਦਾ ਪ੍ਰੋਜੈਕਟ, 10000 ਕਰੋੜ ਦਾ ਪ੍ਰੋਜੈਕਟ, ਉਹਦੇ ਬਿਲਕੁਲ 20 ਕਿਲੋਮੀਟਰ ਤੇ ਇਹੋ ਜਿਹਾ ਰਿਮੋਟ ਏਰੀਆ ਸ਼ੁਰੂ ਹੋ ਜਾਂਦਾ, ਡੈਡ ਏਰੀਆ ਸ਼ੁਰੂ ਹੋ ਜਾਂਦਾ ਜਿੱਥੇ ਲੁਧਿਆਣੇ ਦੇ ਪਿੰਡ ਵੀ ਬੈਕਵਰਡ ਆ ਤੁਸੀਂ ਕਹਿ ਰਹੇ ਹੋ? ਮੈਂ ਜ਼ਿਲ੍ਹਾ ਲੁਧਿਆਣਾ ਦੇ ਪਿੰਡਾਂ ਦੀ ਗੱਲ ਕਰ ਰਹੀ ਹਾਂ। ਮੇਰੇ 22 ਪਿੰਡ ਐਸੇ ਆ ਜਿੱਥੇ ਬੱਸ ਹੀ ਨਹੀਂ ਜਾਂਦੀ, ਜਿੱਥੇ ਕੋਈ ਸਰਕਾਰੀ ਸਕੂਲ ਪ੍ਰਾਇਮਰੀ ਤੋਂ ਉੱਪਰ ਹੈ ਹੀ ਨਹੀਂ, ਜਿੱਥੋਂ ਦਾ ਪਾਣੀ ਆ ਜਿਹੜਾ ਪੀਣ ਯੋਗ ਨਹੀਂ। ਮੈਂ ਵਿਧਾਨ ਸਭਾ 'ਚ ਬੋਲ ਥੱਕ ਚੁੱਕੀ ਹਾਂ। ਵਿਧਾਨ ਸਭਾ 'ਚ ਉਠਾਏ ਇਹ ਮਸਲੇ ਸਾਰੇ? ਬਿਲਕੁਲ ਜੀ। ਮੈਂ ਵਿਧਾਨ ਸਭਾ 'ਚ ਕੁਐਸਚਨ ਪੁੱਛਿਆ ਸੀਗਾ ਵੀ ਮੇਰੇ ਦਰਿਆ ਦੇ ਨਾਲ ਲੱਗਦੇ ਕਿੰਨੇ ਪਿੰਡ ਐਸੇ ਆ ਜਿੱਥੇ ਪੀਣ ਯੋਗ ਪਾਣੀ ਨਹੀਂ ਹੈ। ਤੁਸੀਂ ਤਰਾਸਦੀ ਦੇਖੋ ਪੰਜਾਬ ਦੀ ਅਫਸਰਸ਼ਾਹੀ ਦੀ। ਉਹਨਾਂ ਨੇ ਕਿਹਾ ਵੀ ਦਰਿਆ ਦੇ ਪਾਣੀ ਦੀ, ਸਤਲੁਜ ਦਰਿਆ ਦੀ ਗੁਣਵੱਤਾ ਵਧੀਆ ਹੋਣ ਕਰਕੇ ਉੱਥੇ ਕਿਸੇ ਤਰ੍ਹਾਂ ਦੀ ਹੋਰ ਨਲਕਿਆਂ ਦੀ ਲੋੜ ਨਹੀਂ ਹੈ। ਤੇ ਜਦੋਂ ਮੈਂ ਉਹਨਾਂ ਨੂੰ ਕੱਢ ਕੇ ਦਿਖਾਇਆ ਵੀ ਇਹਦਾ pH 11 ਦੇਖੋ, ਜਿਹੜਾ ਖੁਦ ਤੁਸੀਂ ਡਿਸਕੁਆਲੀਫਾਈ ਕਰਕੇ ਸੁੱਕੇ ਉੱਥੋਂ ਦੇ ਆਸ-ਪਾਸ ਦੇ ਲੋਕ ਪਾਣੀ ਕਿੱਥੋਂ ਪੀਣ। ਫਿਰ ਉਹਨਾਂ ਨੇ ਇੱਕ ਮੱਧੇਪੁਰ ਦੀ ਟੈਂਕੀ ਮੈਨੂੰ ਪਾਸ ਕਰਕੇ ਦਿੱਤੀ ਜਿਹੜੀ ਹੁਣ ਬਣ ਰਹੀ ਹੈ। ਨੀਂਹ ਪੱਥਰ ਤਾਂ ਇਹਨਾਂ ਦਾ ਕਲਚਰ ਹੈ, ਕੰਮ ਸ਼ੁਰੂ ਨਹੀਂ ਹੁੰਦਾ ਪਹਿਲਾਂ ਰੱਖ ਲੈਂਦੇ ਆ। ਇਹਦਾ ਪੂਰਾ ਰਿਟਨ ਰਿਕਾਰਡ ਮੇਰੇ ਕੋਲੇ ਆ ਵਿਧਾਨ ਸਭਾ ਦੇ ਵਿੱਚ ਜੀ। ਫਿਰ ਗੱਲ ਕਰੀਏ ਆਪਾਂ ਜਿਹੜੇ ਡਿਵੈਲਪਮੈਂਟ ਸੀ, ਜਗਰਾਉਂ ਦੀ ਮੇਨ ਰੋਡਸ ਆ, ਸਾਡੇ ਰਸੂਲਪੁਰ ਮੱਲਾ ਦੀ ਸੜਕ ਹੋਵੇ ਜਾਂ ਵੱਡੀਆਂ ਸੜਕਾਂ ਹੋਣ, ਤਕਰੀਬਨ ਕੰਪਲੀਟ ਕੀਤੀਆਂ। ਤੇ ਮੈਡਮ ਇਹ ਤਾਂ ਹਲਕੇ ਦੇ ਕੰਮ ਸੀ। ਪੰਜਾਬ ਦੇ ਕਿਹੜੇ ਮਸਲੇ ਤੁਹਾਨੂੰ ਲੱਗਦਾ ਕਿ ਜਿਹੜੇ ਜੇਕਰ ਤੁਹਾਡੀ ਸਰਕਾਰ ਬਣਦੀ ਆ, ਤੁਸੀਂ ਵਿਧਾਨ ਸਭਾ ਦੇ ਵਿੱਚ 5 ਸਾਲ ਬੋਲੇ ਵੀ ਹੋ, ਪੰਜਾਬ ਦੇ ਕਿਹੜੇ ਮਸਲੇ ਆ ਜਿਹੜੇ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੋਗੇ ਜੇਕਰ ਤੁਹਾਡੀ ਸਰਕਾਰ ਬਣਦੀ ਆ, ਤੁਸੀਂ ਐਮਐਲਏ ਬਣਦੇ ਹੋ? ਸਭ ਤੋਂ ਪਹਿਲਾਂ ਤਾਂ ਮਸਲਾ ਪੰਜਾਬ 'ਚ ਲਾ ਐਂਡ ਆਰਡਰ ਦਾ ਹੀ ਹੈ। ਜਿੱਥੇ ਸਾਡੀਆਂ 2 ਸਾਲ 3 ਸਾਲ ਤੋਂ ਉੱਪਰ ਦੀਆਂ ਬਾਲੜੀਆਂ ਤੇ 80 ਸਾਲ ਦੀ ਬਜ਼ੁਰਗ ਲੇਡੀ ਸੇਫ ਨਹੀਂ ਹੁੰਦੀ,
ਤਾਰ-ਤਾਰ ਕਰ ਦਿੱਤੀਆਂ ਜਾਂਦੀਆਂ, ਚਾਹੇ ਉਹ ਮੇਰੀ ਟਾਂਡੇ ਦੀ ਬੱਚੀ ਹੋਵੇ, ਚਾਹੇ ਧੀ ਹੋਵੇ ਸਾਡੀ 6 ਸਾਲ ਦੀ। ਸਭ ਤੋਂ ਪਹਿਲਾਂ ਤਾਂ ਲਾ ਐਂਡ ਆਰਡਰ ਦਾ ਮਸਲਾ, ਇਸ ਸਰਕਾਰ ਦੇ ਵਿੱਚ ਵੀ ਪਿਛਲੀ ਸਰਕਾਰ ਦੇ ਵਿੱਚ ਵੀ ਸਾਡੀਆਂ ਬੱਚੀਆਂ ਸੇਫ ਨਹੀਂ ਸੀ, ਅਕਾਲੀ ਪਾਰਟੀ ਵੇਲੇ ਵੀ। ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਇਹਦੇ ਪਿੱਛੇ ਰੀਜ਼ਨ ਦੱਸਦੀ ਹਾਂ। ਆਹ ਸਰਕਾਰ ਤਾਂ ਪਹਿਲਾਂ ਤਾਂ ਇਲੈਕਸ਼ਨ ਜਦੋਂ ਹੋਈ ਇਹਨਾਂ ਨੇ ਹਰ ਤਰ੍ਹਾਂ ਦਾ ਸਾਮ-ਦਾਮ ਦੰਡ ਭੇਦ-ਭਾਵ ਵਰਤਿਆ। ਪਿਛਲੀ ਸਰਕਾਰ ਨੂੰ ਲੱਗਦਾ ਸੀ ਵੀ ਅਸੀਂ ਬਹੁਤ ਸਾਰਾ ਕੁਝ ਕਰਤਾ, ਲੋਕਾਂ ਦੇ ਮਨਾਂ 'ਚੋਂ ਅਸੀਂ ਗੱਲਾਂ ਭੁਲਾਉਣੀਆਂ, ਉਹਨਾਂ ਨੇ ਬੇਅਦਬੀ ਕਰਤੀ ਗੁਰੂ ਗ੍ਰੰਥ ਸਾਹਿਬ ਦੀ, ਚਾਹੇ ਉਹ ਗੀਤਾ ਜੀ ਦੀ ਹੋਵੇ, ਭਗਵਦ ਗੀਤਾ ਜੀ ਦੀ ਹੋਵੇ, ਚਾਹੇ ਉਹ ਕੁਰਾਨ ਸ਼ਰੀਫ ਸੀ, ਉਹਨਾਂ ਨੇ ਹਰ ਧਰਮ ਦੇ ਗ੍ਰੰਥ ਨੂੰ ਰੋਲਤਾ। ਇਸ ਸਰਕਾਰ ਨੂੰ ਲੱਗਦਾ ਸੀ ਵੀ ਲੋਕਾਂ ਦਾ ਸੈਂਸਿਟਿਵ ਇਸ਼ੂ ਆ, ਦਿਲਾਂ 'ਚ ਦਰਦ ਹੈ ਬਈ ਹੁਣ ਇਹ ਸਰਕਾਰ ਤਾਂ ਬਣਾਉਣੀ ਆ। ਉਹ ਕਹਿੰਦੇ ਆ ਦੇਖੋ ਦਮਦਮਾ ਸਾਹਿਬ ਵੱਲ ਮੈਂ ਮੂੰਹ ਕੀਤਾ, ਗੁਟਕਾ ਸਾਹਿਬ ਦੀ ਖਾਧੀ ਸਹੁੰ, ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ, ਘਰ ਘਰ ਨੌਕਰੀ, ਕਰਜ਼ਾ। ਨਸ਼ਿਆਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਪੰਜਾਬ ਦਾ। ਵਿਰੋਧੀ ਤੁਹਾਨੂੰ ਘੇਰਦੇ ਆ ਕਿ ਨਸ਼ਿਆਂ ਦੇ ਮੁੱਦੇ ਤੇ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਤੋਂ ਮਾਫੀ ਮੰਗ ਲਈ। ਮੈਂ ਉਹੀ ਦੱਸ ਰਹੀ ਹਾਂ ਤੁਹਾਨੂੰ। ਉਹ ਕਹਿੰਦੇ ਵੀ ਗੁਟਕਾ ਸਾਹਿਬ ਦੀ ਕਸਮ ਖਾ ਕੇ ਸਾਰਾ ਕੁਝ ਖਤਮ ਕਰ ਦੂੰਗੀ। ਨਸ਼ੇ ਦਾ ਮੁੱਦਾ ਤੁਸੀਂ ਬਿਲਕੁਲ ਸਹੀ ਕਿਹਾ। ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਜੇ ਸਾਡੀ ਸਰਕਾਰ ਆਈ ਤਾਂ ਅਸੀਂ ਇਸ ਮੁੱਦੇ ਤੇ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ। ਲੋਕਾਂ ਦੀ ਡਿਮਾਂਡ ਤੋਂ ਬਾਅਦ, ਲੋਕਾਂ ਦੇ ਫਤਵੇ ਤੋਂ ਬਾਅਦ ਅੱਜ ਕੋਰਟ 'ਚ ਕਿਉਂ ਰੁਲ ਰਹੇ ਆ? ਇਹਨਾਂ ਨੇ ਡਾਕੂਮੈਂਟ ਪ੍ਰੋਡਿਊਸ ਕਰਨੇ ਸੀ ਨਾ। ਹੁਣ ਤੁਸੀਂ ਮੇਰੇ ਘਰ 'ਚੋਂ ਕੁਝ ਕਹਿੰਦੇ ਵੀ ਅੰਦਰ ਕੁਝ ਸਮਾਨ ਪਿਆ, ਜਦ ਤੱਕ ਮੈਂ ਕੱਢਣਾ ਨਹੀਂ ਚਾਹੁੰਦੀ ਤੁਸੀਂ ਕਿੱਦਾਂ ਕੱਢ ਲਓਗੇ? ਅਰਵਿੰਦ ਕੇਜਰੀਵਾਲ ਜੀ ਨੇ ਮਾਫੀ ਇਸ ਕਰਕੇ ਨਹੀਂ ਮੰਗੀ ਸੀ ਬਈ ਤੂੰ ਚਿੱਟਾ ਵੇਚਿਆ ਹੀ ਨਹੀਂ, ਪਰ ਗੱਲ ਇਹ ਵੀ ਸੀ ਉਹਨਾਂ ਨੇ ਉਹਨੂੰ ਕਲੀਨ ਚਿੱਟ ਨਹੀਂ ਸੀ ਦਿੱਤੀ, ਜਿਵੇਂ ਕੈਪਟਨ ਸਾਹਿਬ ਉਹਨੇ ਕਲੀਨ ਚਿੱਟ। ਬਹੁਤ ਸਾਰੇ ਵਲੰਟੀਅਰਾਂ ਨੇ ਬੋਰਡ ਲਾਤੇ ਸੀਗੇ ਪਿੰਡਾਂ 'ਚ, ਪਰ ਉਹ ਵਲੰਟੀਅਰਾਂ ਦੇ ਫਿਰ ਕੀ ਰਹਿ ਗਿਆ? ਉਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਬੈਰ ਪਾਲੇ ਸੀਗੇ, ਪਰ ਉਦੋਂ ਬਾਅਦ ਜਦੋਂ ਮਾਫੀ ਮੰਗੀ ਤਾਂ ਉਹਨਾਂ ਦੇ ਦਿਲ ਟੁੱਟੇ। ਅੱਛਾ, ਇੱਕ ਗੱਲ ਦਾ ਮੈਨੂੰ ਜਵਾਬ ਦਿਓ ਤੁਸੀਂ, ਕੋਰਟ 'ਚ ਕੇਸ ਕਾਹਦਾ ਚੱਲ ਰਿਹਾ ਅੱਜ ਕੱਲ੍ਹ? ਹਾਈ ਕੋਰਟ 'ਚ ਜ਼ਮਾਨਤ ਕਾਹਦੀ ਖਾਰਜ ਹੋਈ ਹੈ ਦੱਸਿਓ? ਹਾਈ ਕੋਰਟ 'ਚ ਕਿਹਦੀ ਜ਼ਮਾਨਤ ਖਾਰਜ ਹੋਈ ਹੈ? ਮੇਰੀ ਤਾਂ ਨਹੀਂ ਹੋਈ, ਉਹਦੀ ਹੋਈ ਹੈ। ਹਾਈ ਕੋਰਟ 'ਚ ਸਰਕਾਰ ਬਣਨ ਤੇ ਫਿਰ ਤੁਹਾਨੂੰ ਲੱਗਦਾ ਗਾ ਕਿ ਸਰਕਾਰ ਜੇਕਰ ਤੁਹਾਡੀ ਬਣਦੀ ਆ ਤਾਂ ਇਸ ਮੁੱਦੇ ਤੇ ਤੁਸੀਂ ਪੂਰਾ ਸੰਜੀਦਗੀ ਦੇ ਨਾਲ ਕੰਮ ਕਰੋਗੇ? ਦੇਖੋ ਜੀ, ਨਸ਼ੇ ਦੇ ਵਿੱਚ ਸਾਡਾ ਕੋਈ ਵੀ ਐਮਐਲਏ, ਕੋਈ ਵੀ ਐਮਪੀ ਸਾਡਾ ਇਨਵੋਲਵ ਨਹੀਂ ਹੋਇਆ ਕਿ ਬੱਚੇ ਮਰਦੇ ਸਾਡੇ ਤੋਂ ਵੀ ਨਹੀਂ ਦੇਖੇ ਜਾਂਦੇ। ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਬਈ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ, ਘਰ ਘਰ ਨੌਕਰੀ ਦੀ ਗੱਲ ਕਰੀਏ, ਉਹਨਾਂ ਨੇ ਘਰ ਐਮਐਲਏ ਨਹੀਂ ਸਮਝ ਲਿਆ ਆਪਦੇ। ਚਾਹੇ ਜੋਗਿੰਦਰਪਾਲ ਪਾਂਡੇ ਕਹਿੰਦੇ ਸਭ ਤੋਂ ਗਰੀਬ ਆ, ਉਹਦੇ ਪੋਤੇ ਭਤੀਜੇ ਨੂੰ, ਉਹਦੇ ਪੋਤੇ ਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਆ। ਜਿਹੜੇ ਉੱਥੇ ਦੇ ਪਾਂਡੇ ਸਾਹਿਬ ਦੇ ਬੇਟੇ ਨੂੰ, ਉਹ ਤਰਸ ਉਹਨਾਂ ਨੂੰ ਜ਼ਿਆਦਾ ਆ ਗਿਆ। ਕਹਿੰਦੇ ਸਭ ਤੋਂ ਵੱਧ ਗਰੀਬ ਪਰਿਵਾਰ ਪੰਜਾਬ ਦਾ ਬੇਅੰਤ ਪਰਿਵਾਰ ਹੈ, ਉਹਦੇ ਪੋਤੇ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇ ਦਿਓ। ਕਹਿੰਦੇ ਉਸ ਤੋਂ ਵੱਧ ਗਰੀਬ ਪਰਿਵਾਰ ਫਤਿਹ ਜੰਗ ਬਾਜਵਾ ਜੀ ਦਾ, ਉਹਦੇ ਪੁੱਤ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇ ਦਿਓ। ਜਦੋਂ ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਬੋਲੀ ਸੀ ਬਈ ਤਰਸ ਕਰਨਾ ਸਾਡੇ ਤੇ ਕਰ ਲਓ, ਇਹਨਾਂ ਨੇ, ਕੈਪਟਨ ਸਾਹਿਬ ਨੇ ਕਿਹਾ ਵੀ ਆਮ ਆਦਮੀ ਪਾਰਟੀ ਵਾਲੇ ਲਿਸਟ ਬਣਾ ਕੇ ਦੇ ਦੇਣ, ਇਹਨਾਂ ਦਾ ਕੋਈ ਮਰਿਆ ਅੱਤਵਾਦ 'ਚ ਅਸੀਂ ਇਹਨਾਂ ਦੇ ਪਰਿਵਾਰ ਤੇ ਤਰਸ ਕਰ ਲੈਂਦੇ ਹਾਂ। ਮੈਂ ਬਿਜਲੀ ਮੁਲਾਜ਼ਮਾਂ ਦੀ ਲਿਸਟ ਲੈ ਗਈ ਜਿਨ੍ਹਾਂ ਦੇ ਜਦੋਂ ਅਜੇ ਬੱਚਿਆਂ ਦੇ ਸਾਲ 1.5 ਸਾਲ ਦੇ ਸੀਗੇ, ਉਹਨਾਂ ਦਾ ਪਿਓ ਲੋਕਾਂ ਨੂੰ ਲਾਈਟ ਪ੍ਰੋਵਾਈਡ ਕਰਨ ਲਈ ਤੇ ਸਾਧਨਾਂ ਦੀ ਘਾਟ ਕਰਕੇ ਖੰਭਿਆਂ ਤੇ ਚਿੰਬੜ ਕੇ ਮਰ ਗਏ। ਉਹ ਅੱਜ ਤੱਕ ਪਟਿਆਲੇ ਦੇ ਵਿੱਚ ਧਰਨੇ ਲਾਈ ਬੈਠੇ ਆ। ਮੈਂ ਕਿਹਾ ਵੀ ਅਸੀਂ ਕਿਹਾ ਕੈਪਟਨ ਸਾਹਿਬ ਵੀ ਤੁਸੀਂ ਇਸ ਤਰ੍ਹਾਂ ਕਰੋ, ਸਾਡੇ ਬੱਚਿਆਂ ਨੂੰ ਤਰਸ ਰਹਿਣ ਦਿਓ, ਸਾਡੇ ਬੱਚਿਆਂ ਤੇ ਤਰਸ ਨਾ ਕਰੋ। ਆ ਜਿਹੜੇ ਬੈਠੇ ਆ ਮੌਜੂਦਾ, ਇਹਨਾਂ ਤੇ ਤਰਸ ਕਰ ਲਓ। ਮ੍ਰਿਤਕ ਦੇ ਵਾਰਸਨ ਦੇਣੇ ਆ ਇਹਨਾਂ ਨੇ, ਤਾਂ ਕਈਆਂ ਨੇ ਤਾਂ ਐਸੇ ਆ ਵਿਚਾਰੇ ਜਿਨ੍ਹਾਂ ਨੇ ਆਪਦੇ ਪਿਓ ਦਾ ਜੇ ਮੂੰਹ ਚੱਜ ਨਾਲ ਦੇਖਿਆ ਨਹੀਂ ਸੀ ਤੇ ਪਿਓ ਉੱਤੇ ਖੰਭੇ ਤੇ ਚਿੰਬੜ ਗਿਆ। ਉਹਨਾਂ ਦੀਆਂ ਜਨਾਨੀਆਂ ਨੂੰ ਤੁਸੀਂ ਪੈਨਸ਼ਨ ਦਾ ਕੀ ਦੇਣੀ ਸੀ? ਉਹਨਾਂ ਦੇ ਜਵਾਕ ਧਰਨਿਆਂ ਤੇ ਰੁਲੇ ਫਿਰਦੇ ਆ। ਮੈਡਮ ਜੀ, ਤੁਹਾਡੀ ਪਾਰਟੀ ਵੀ ਕਹਿੰਦੇ ਸੀ ਕਿ ਬਦਲਮੀ ਰਾਜਨੀਤੀ ਕਰਾਂਗੇ, ਪਰ 1000 ਰੁਪਇਆ ਹਰ ਇੱਕ ਮਹਿਲਾ ਨੂੰ ਤੁਸੀਂ ਦੇਣ ਦਾ ਵਾਅਦਾ ਕਰਦੇ ਹੋ 18 ਸਾਲ ਤੋਂ ਉੱਪਰ, ਪਰ ਪੈਸਾ ਇੰਨਾ ਕਿੱਥੋਂ ਲੈ ਕੇ ਆਉਂਗੇ? 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਆ। ਤੁਹਾਨੂੰ ਲੱਗਦਾ ਨਹੀਂ ਕਿ ਫ੍ਰੀ ਦੇ ਚੱਕਰਾਂ ਦੇ ਵਿੱਚ ਨਹੀਂ ਪੰਜਾਬੀਆਂ ਨੂੰ ਪਾਉਣਾ ਚਾਹੀਦਾ, ਨੌਕਰੀ ਰੁਜ਼ਗਾਰ ਮਿਲੇ ਉਹਨਾਂ ਨੂੰ? ਆ ਜਿੰਨੇ ਜਾਣੇ ਬੈਠੇ ਆ ਜਾਂ ਜਿੰਨੇ ਪੰਜਾਬ ਦੇ ਲੋਕ ਸੁਣ ਰਹੇ ਆ ਤੁਹਾਡੇ ਚੈਨਲ ਤੋਂ, ਮੈਨੂੰ ਇਹ ਦੱਸੋ ਪ੍ਰੋਜੈਕਟ ਕਿਹੜਾ ਦਿੱਤਾ ਸਰਕਾਰ ਨੇ ਜਿਹੜਾ 3 ਲੱਖ ਕਰੋੜ ਦਾ ਖਰਚਾ ਹੋ ਗਿਆ? ਲੋਕਾਂ ਵਾਸਤੇ ਤਾਂ ਨਹੀਂ ਦਿੱਤਾ ਕੁਝ। ਜਦੋਂ ਇੱਕ ਲੇਡੀ ਜਾਂ ਬੰਦਾ ਜਾਂ ਕੋਈ ਦੁਨੀਆ ਤੇ ਇਨਸਾਨ ਆਉਂਦਾ, ਜਦੋਂ ਉਹ ਜੰਮਦਾ, ਹਸਪੀਟਲ ਦਾ ਬਿੱਲ ਦੇ ਨਾਲ ਉਹ ਟੈਕਸ ਦਿੰਦਾ, ਜਦੋਂ ਅਜੇ ਉਹਨੇ ਕਮਾਉਣਾ ਨਹੀਂ ਸ਼ੁਰੂ ਕੀਤਾ। ਜਦੋਂ ਮਰਦਾ ਇਹਨੇ ਜ਼ਿੰਦਗੀ ਦੇ ਵਿੱਚ ਜਦੋਂ ਮਰਦਾ, ਜਿਹੜੀਆਂ ਉਹਨੂੰ ਲੱਕੜਾਂ ਵੀ ਆਉਂਦੀਆਂ ਉਹ ਤੇ ਟੈਕਸ ਦੇ ਕੇ ਮਰਦਾ। ਇੱਕ ਆਮ ਇਨਸਾਨ ਜੰਮਣ ਤੋਂ ਮਰਨ ਤੱਕ ਟੈਕਸ ਦੇ ਕੇ ਖਜ਼ਾਨਾ ਭਰ ਗਿਆ। ਹੁਣ ਉਹਦਾ ਕੀ ਕਸੂਰ ਆ ਵੀ ਉਹ ਜੰਮਿਆ ਹੀ 1 ਲੱਖ ਕਰਜ਼ਾਈ ਸੀ?
ਜਿਹੜੇ ਤੁਸੀਂ ਮਹਿਲਾਵਾਂ ਨੂੰ ਗਰੰਟੀ ਦੀ ਗੱਲ ਕਰਦੇ ਹੋ ਵੀ 1000 ਰੁਪਏ ਅਰਵਿੰਦ ਕੇਜਰੀਵਾਲ ਗਰੰਟੀ ਕਿਉਂ ਦੇ ਰਹੇ ਆ। ਇਕਨੋਮੀ ਨੂੰ ਬੂਸਟ ਕਰਨ ਦੇ ਲਈ ਕਿਤੇ ਨਾ ਕਿਤੇ ਤਾਂ ਫਾਈਨੈਂਸ਼ੀਅਲ ਸਰਕਲ ਔਰ ਫਲੋ ਕਰਨਾ ਪੈਣਾ। ਮੈਂ ਇਕਨੋਮਿਕਸ ਦੀ ਟੀਚਰ ਵੀ ਨਹੀਂ ਹਾਂ ਤੇ ਇਕਨੋਮਿਕਸ ਦੀ ਸਟੂਡੈਂਟ ਵੀ ਹਾਂ। ਇਕਨੋਮੀ ਕਹਿੰਦੀ ਹੈ ਵੀ ਫਲੋ ਚਲਾਓ। ਫਲੋ ਕਿੱਥੋਂ ਚਲਾਓ? ਵੀ ਜਦੋਂ ਹਾਊਸ ਹੋਲਡਸ ਦੇ ਵਿੱਚ ਪੈਸਾ ਆਏਗਾ ਆਟੋਮੈਟਿਕਲੀ ਇੰਡਸਟਰੀ ਤੇ ਘੁੰਮ ਕੇ ਹਾਊਸ ਹੋਲਡ ਚ ਆਏਗਾ। ਉਹਦੇ ਨਾਲ ਲੀਕੇਜ ਘਟਾ ਦਿਓ, ਇੰਜੈਕਸ਼ਨ ਵਧਾ ਦਿਓ। ਇੰਜੈਕਸ਼ਨ ਬੂਸਟ ਆ 1000 ਰੁਪਇਆ ਲੇਡੀਜ਼ ਨੂੰ ਦੇਣਾ। ਲੀਕੇਜ ਆ ਮਾਫੀਆ ਜਿਹੜਾ ਤੁਸੀਂ ਕਰਜ਼ੇ ਦੀ ਗੱਲ ਇਹਨੂੰ ਕੰਟਰੋਲ ਕਰੋਗੇ। ਲੀਕੇਜ ਆ ਮਾਫੀਆ ਜਿਹੜਾ ਭਾਵੇਂ ਕਿਸੇ ਤਰ੍ਹਾਂ ਦਾ ਮਾਫੀਆ ਹੋਵੇ। ਜਦੋਂ ਇਕਨੋਮੀ ਨੂੰ ਬੂਸਟ ਕਰਨਾ 1000 ਰੁਪਇਆ ਮਹਿਲਾਵਾਂ ਨੂੰ ਦਵਾਂਗੇ, ਉਹ ਆਟੋਮੈਟਿਕਲੀ ਮਾਰਕੀਟ 'ਚ ਪੈਸੇ ਦੀ ਜਦੋਂ ਵਾਧਾ ਹੋ ਗਿਆ, ਸਰਕੂਲਰ ਫਲੋ ਹੋ ਗਿਆ ਤੇ ਮਾਫੀਆ ਰੋਕਤਾ, ਇਮਾਨਦਾਰੀ ਦੀ ਰਾਜਨੀਤੀ ਕਰਾਂਗੇ ਤੇ ਪੈਸੇ ਦਾ ਲੈ ਕੇ ਆਵਾਂਗੇ। ਮੈਡਮ 2017 ਤੋਂ ਪਹਿਲਾਂ ਐਨਆਰਆਈ ਵੀ ਵੱਡੀ ਗਿਣਤੀ ਦੇ ਵਿੱਚ ਪਾਰਟੀ ਦੀ ਸਪੋਰਟ ਕਰਨ ਆਏ, ਲਹਿਰ ਵੀ ਬਹੁਤ ਜ਼ਿਆਦਾ ਸੀ, ਪਰ ਇਸ ਵਾਰ ਉਹ ਲਹਿਰ ਦੇਖਣ ਨੂੰ ਨਹੀਂ ਮਿਲ ਰਹੀ। ਕੀ ਲੱਗਦਾ ਕਿੰਨਾ ਇੰਨਾ ਗ੍ਰਾਫ ਕਿਉਂ ਡਿੱਗ ਪਿਆ ਪਾਰਟੀ ਦਾ? ਨਹੀਂ, ਪਾਰਟੀ ਦਾ ਗ੍ਰਾਫ ਨਹੀਂ ਡਿੱਗਿਆ। ਜਰਾ ਥੋੜਾ ਪਿੱਛੇ ਹੋ ਕੇ ਚੱਲੋ ਤੁਸੀਂ। ਪੰਜਾਬ ਨੇ ਲਗਾਤਾਰ 4 ਸਾਲਾਂ ਤੋਂ ਤਰਾਸਦੀ ਚ ਰਿਹਾ। ਦੇਖੋ, ਕੋਵਿਡ ਦੀ ਪਹਿਲੀ ਵੇਵ ਆਈ, ਠੀਕ ਹੈ, ਲੋਕਡਾਊਨ ਉਧਰ ਵੀ ਸੀ ਤੇ ਲੋਕਡਾਊਨ ਇੱਧਰ ਵੀ ਸੀ, ਪੰਜਾਬ ਚ ਵੀ ਸੀ ਤੇ ਲੋਕਡਾਊਨ ਕੈਨੇਡਾ, ਅਮਰੀਕਾ, ਬਾਹਰਲੇ ਕੰਟਰੀਜ਼ ਚ ਵੀ ਸੀ। ਪਰ ਪੰਜਾਬ ਦੇ ਵਿੱਚ ਦਵਾਈ ਤੇ ਰਾਸ਼ਨ ਮੈਕਸਿਮਮ ਐਨਆਰਆਈਜ਼ ਦੇ ਆਇਆ, ਮੈਕਸਿਮਮ ਐਨਆਰਆਈਜ਼ ਦਾ ਆਇਆ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਹਿੰਦੀ ਹਾਂ, ਮੈਕਸਿਮਮ ਆਪਦੇ ਪਿੰਡਾਂ ਚ ਉਹਨਾਂ ਨੇ ਤਿਲ ਫੁੱਲ ਭੇਟਾ ਭੇਜੀ। 2 ਸਾਲ ਉਹਦਾ ਸੰਤਾਪ ਹੋ ਗਿਆ। ਕਿਸੇ ਨੂੰ ਉਹਨਾਂ ਦੇ ਪਰਸਨਲ ਰਿਲੇਸ਼ਨ ਸੀ ਕਿਸੇ ਨਾਲ ਕਿਸ ਤਰ੍ਹਾਂ, ਉਧਰੋਂ ਵੀ ਉਹ ਕੰਮ ਛੱਡੀ ਬੈਠੇ ਸੀ ਵਿਚਾਰੇ। ਉਸ ਤੋਂ ਬਾਅਦ ਪੰਜਾਬ ਦੀ ਤਰਾਸਦੀ ਆ ਗਈ। ਲੋਕਡਾਊਨ ਦੇ ਵਿੱਚ ਹੀ ਉਹ 3 ਕਾਲੇ ਕਾਨੂੰਨ ਆ ਗਏ, ਜਿਹੜੀ ਅਕਾਲੀ ਸਰਕਾਰ ਵਿੱਚ ਹਮਾਇਤੀ ਬਣ ਕੇ ਸਾਡੇ ਪੱਥਰ ਸੱਟ ਗਈ। ਹਰਸਿਮਰਤ ਕੌਰ ਬਾਦਲ ਤੇ ਸਾਰਾ ਪਰਿਵਾਰ ਉਹ ਤਾਂ ਕਹਿੰਦੇ ਬਹੁਤ ਵਧੀਆ, ਬਹੁਤ ਵਧੀਆ, ਇਹ ਤੋਂ ਵਧੀਆ ਚੀਜ਼ ਨਹੀਂ। ਬਾਅਦ ਚ ਦੇਖਿਆ ਵੀ ਹੁਣ ਤਾਂ ਵੋਟਾਂ ਵੇਲੇ ਪਿੰਡਾਂ 'ਚ ਵੀ ਜਾਣਾ, ਕਹਿੰਦੇ ਬਹੁਤ ਮਾੜੇ, ਬਹੁਤ ਮਾੜੇ। ਬਿਠਾਤਾ ਸਾਨੂੰ ਉਹਨਾਂ ਨੇ ਦਿੱਤਾ ਨਾ ਉੱਥੇ ਬਾਰਡਰਾਂ ਤੇ। ਉਸ ਜਗ੍ਹਾ ਤੇ ਕਾਲੇ ਕਾਨੂੰਨਾਂ ਕਰਕੇ ਜਿੰਨੀ ਫੰਡਿੰਗ ਇਸ ਸੰਘਰਸ਼ ਨੂੰ ਅੰਦਰੋਂ ਸਪੋਰਟ ਕਰਕੇ ਐਨਆਰਆਈਜ਼ ਕਰ ਸਕਦੇ ਸੀ, ਉਹ ਕਰਤੀ। ਹੁਣ ਜਿਹੜੀ 3rd ਵੇਵ ਦੇ ਵਿੱਚ ਕਿਤੇ ਨਾ ਕਿਤੇ ਐਨਆਰਆਈਜ਼ ਨੂੰ ਵੀ ਡਰ ਆ ਵੀ ਲੋਕਡਾਊਨ ਲੱਗੇਗਾ, ਵੀ ਕਿਤੇ ਅਸੀਂ ਉੱਥੇ ਜਾਂਦੇ ਨਾ ਰਹਿ ਜਾਈਏ। ਹਰ ਬੰਦੇ ਦਾ ਸਰਵਾਈਵਲ ਹੁੰਦਾ। ਇੱਥੇ ਪੰਜਾਬ ਦੇ ਵਿੱਚ ਵੀ ਉਨੀ ਲਹਿਰ ਦੇਖਣ ਨੂੰ ਨਹੀਂ ਮਿਲ ਰਹੀ। ਨਹੀਂ, ਲਹਿਰ ਦੀ ਗੱਲ ਨਹੀਂ। ਦੇਖੋ, ਮੈਂ ਤੁਹਾਨੂੰ ਜਿਹੜੀ ਗੱਲ ਸਮਝਾ ਰਹੀ ਹਾਂ, ਪੰਜਾਬ ਲੋਕਾਂ ਨੂੰ ਡਰ ਆ ਵੀ ਜੇ ਅਸੀਂ ਪੰਜਾਬ 'ਚ ਚਲੇ ਗਏ ਕਿਤੇ ਲੋਕਡਾਊਨ ਨਾ ਲੱਗ ਜੇ ਜਾਂ ਅਸੀਂ ਵਾਪਸ ਆਉਣ ਜੋਗੇ ਨਾ ਰਹੀਏ, ਡਰ ਹੈ। ਪਰ ਤੁਹਾਨੂੰ ਯਕੀਨ ਦਿਵਾਉਣੀ ਆ, ਮੈਨੂੰ ਡੇਲੀ 10 ਤੋਂ 15 ਐਨਆਰਆਈ ਦੇ ਫੋਨ ਆਉਂਦੇ ਆ, ਭੈਣ ਜੀ ਅਸੀਂ ਆਹ ਪਿੰਡ 'ਚ ਫੋਨ ਕਰਤੇ, ਭੈਣ ਜੀ ਅਸੀਂ ਆਹ ਪਿੰਡ 'ਚ ਫੋਨ ਕਰਤੇ। ਉਹ ਅੱਜ ਵੀ ਟੈਲੀਫੋਨਿਕਲੀ ਹਰ ਤਰ੍ਹਾਂ ਨਾਲ ਸਾਡੀ ਸਪੋਰਟ ਕਰ ਰਹੇ ਆ। ਤੇ ਮੈਂ ਤੁਹਾਨੂੰ 2017 ਦੇ ਵਿੱਚ ਜਿਹੜੇ ਵੱਡੇ ਚਿਹਰੇ ਸੀ, ਐਸਐਚ ਫੂਲਕਾ ਸੀ, ਸੁਖਪਾਲ ਖਹਿਰਾ ਸੀ, ਗੁਰਪ੍ਰੀਤ ਘੁੱਗੀ ਸੀ, ਹੋਰ ਵੀ ਵੱਡੇ ਚਿਹਰੇ ਸੀ, ਉਹ ਇਸ ਵਾਰ ਨਹੀਂ ਹੈਗੇ। ਤੁਹਾਨੂੰ ਲੱਗਦਾ ਕਿ ਪਾਰਟੀ ਨੂੰ ਇਹਨਾਂ ਵੱਡੇ ਚਿਹਰਿਆਂ ਦੇ ਜਾਣ ਦਾ ਨੁਕਸਾਨ ਹੋਊਗਾ? ਫੂਲਕਾ ਜੀ ਨੇ ਤਾਂ ਥੋੜੇ ਦਿਨ ਪਹਿਲਾਂ ਆਡੀਓ ਆਪ ਹੀ ਵਾਇਰਲ ਕਰਤੀ ਸੀ ਕਿ ਮੈਂ ਕਿਸੇ ਪਾਰਟੀ ਨਾਲ ਗੁੱਸੇ ਗੱਸੇ ਨਹੀਂ ਸੀ, ਮੈਨੂੰ ਤਾਂ ਆਪਣੇ ਕੇਸਿਸ ਕਰਕੇ ਮਜਬੂਰੀ ਸੀ। ਸੁਖਪਾਲ ਸਿੰਘ ਖਹਿਰਾ ਦੇ ਜਾਣ ਦਾ ਪਾਰਟੀ ਨੂੰ ਨੁਕਸਾਨ ਹੋਇਆ? ਸੁਖਪਾਲ ਸਿੰਘ ਖਹਿਰਾ ਨੇ ਖੁਦ ਹੀ ਨੁਕਸਾਨ ਕੀਤਾ, ਮੇਰਾ ਪਾਰਟੀ ਦਾ ਤਾਂ ਕੋਈ ਨੁਕਸਾਨ ਨਹੀਂ ਹੋਇਆ। ਅੱਜ ਉਹ ਸਾਡੇ ਇੱਕ ਪ੍ਰੋਮੀਨੈਂਟ ਫਿਗਰ ਸੀ ਤੇ ਹੁਣ ਉਹ ਕਹਿੰਦੇ ਵੀ ਮੈਨੂੰ ਮੇਰੀ ਕਾਂਗਰਸ ਨੇ ਧੋਖਾ ਦਿੱਤਾ, ਆਪ ਹੀ ਕਹਿ ਰਹੇ ਆ। ਉਹਨਾਂ ਨੇ ਬਾਹਰ ਆ ਕੇ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਏ ਆ, ਪ੍ਰੈਸ ਕਾਨਫਰੰਸ ਕਰਕੇ ਅਰਵਿੰਦ ਕੇਜਰੀਵਾਲ ਤੇ ਵੱਡੇ ਐਲੀਗੇਸ਼ਨ ਲਾਏ ਆ ਕਿ ਉਹਨਾਂ ਨੇ ਸਿੱਖ ਵਿਰੋਧੀ ਆ ਅਰਵਿੰਦ ਕੇਜਰੀਵਾਲ। ਉਹਨਾਂ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜਿਹੜੀ ਰਿਹਾਈ ਤੇ ਸਾਈਨ ਨਹੀਂ ਕਰ ਰਿਹਾ ਫਾਈਲ ਤੇ। ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਐਸੇ ਆ ਨੇਤਾ ਜਿਨ੍ਹਾਂ ਨੇ ਚਿੱਠੀ ਲਿਖੀ ਸੀ ਰਾਜਪਾਲ ਨੂੰ, ਚਿੱਠੀ ਲਿਖੀ ਸੀ ਬਈ ਦਵਿੰਦਰਪਾਲ ਭੁੱਲਰ ਦੀ ਰਿਹਾਈ ਹੋਣੀ ਚਾਹੀਦੀ ਹੈ। ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਸੀ, ਸਾਰੀ ਚਿੱਠੀ ਵਾਇਰਲ ਆ, ਜਨਤਾ ਨੂੰ ਪਤਾ, ਤੁਹਾਨੂੰ ਵੀ ਪਤਾ ਇਸ ਚੀਜ਼ ਦਾ, ਬਈ ਆ ਚਿੱਠੀ ਆ, ਸਭ ਤੋਂ ਪਹਿਲਾਂ ਇਹਨੂੰ ਨੋਟ ਕਰ ਸਕਦੇ ਹੋ। ਚਿੱਠੀ ਲਿਖੀ ਸੀ ਜਿਹਦੇ ਬਾਅਦ ਚ ਖੁਦ ਦਵਿੰਦਰਪਾਲ ਭੁੱਲਰ ਜੀ ਨੇ ਵੀ ਇੰਟਰਵਿਊ ਚ ਕਿਹਾ ਬਈ ਮੇਰੀ ਆਪ ਵਾਲਿਆਂ ਨੇ, ਭਾਵੇਂ ਕਿਸੇ ਆਪ ਵਾਲੇ ਨੇ ਮਦਦ ਕੀਤੀ ਜਾਂ ਕਿਸੇ ਹੋਰ ਨੇ ਕੀਤੀ, ਮੇਰੀ ਮਦਦ ਕੀਤੀ। ਠੀਕ ਹੈ, ਵਾਰ-ਵਾਰ ਵਿਰੋਧੀ ਇਹ ਕਿਉਂ ਕਹਿੰਦੇ ਆ, ਸਿੱਖ ਜਥੇਬੰਦੀਆਂ ਵੀ ਕਹਿ ਰਹੀਆਂ ਕਿ ਫਾਈਲ ਤੇ ਸਾਈਨ ਕਿਉਂ ਨਹੀਂ ਕਰ ਰਹੇ ਅਰਵਿੰਦ ਕੇਜਰੀਵਾਲ? ਮੇਰੀ ਗੱਲ ਸੁਣੋ, ਐਲਜੀ ਦਿੱਲੀ ਦੇ ਵਿੱਚ ਐਲਜੀ ਨੂੰ ਚਿੱਠੀ ਲਿਖ ਕੇ ਪਰਮਿਸ਼ਨ ਲੈਣੀ ਪੈਂਦੀ ਹੈ। ਐਲਜੀ ਜੇ ਪਰਮਿਸ਼ਨ ਦੇਏਗਾ ਤਾਂ ਹੋਏਗਾ, ਅਦਰਵਾਈਜ਼ ਲਾ ਐਂਡ ਆਰਡਰ ਅਰਵਿੰਦ ਕੇਜਰੀਵਾਲ ਦਾ ਨਹੀਂ ਹੈ। ਇਹ ਵਿਰੋਧੀਆਂ ਨੂੰ ਪਤਾ, ਪਰ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਕਈਆਂ ਨੂੰ ਨਹੀਂ ਪਤਾ। ਉਹ ਤਾਂ ਸਿਰਫ ਇਸ ਗੱਲ ਦਾ ਪ੍ਰੋਪੇਗੈਂਡਾ ਕਰ ਰਹੇ ਆ ਵੀ ਅਰਵਿੰਦ ਕੇਜਰੀਵਾਲ ਪੰਜਾਬ ਵਿਰੋਧੀ ਆ। ਅਰਵਿੰਦ ਕੇਜਰੀਵਾਲ ਪਹਿਲਾਂ ਤਾਂ ਕਹਿੰਦੇ ਸੀ, ਜਦੋਂ ਤੱਕ ਭਗਵੰਤ ਮਾਨ ਨੂੰ ਅਨਾਉਂਸ ਨਹੀਂ ਸੀ ਕੀਤਾ, ਉਦੋਂ ਤਾਂ ਲੋਕਾਂ ਨੇ ਇੱਕੋ ਮਨ ਚ ਪਾਈ ਰੱਖੀ ਗੱਲ,
ਅਰਵਿੰਦ ਕੇਜਰੀਵਾਲ ਨੇ ਆਪ ਸੀਐਮ ਬਣਨਾ, ਇਸ ਕਰਕੇ ਅਨਾਉਂਸ ਨਹੀਂ ਕਰਤਾ। ਜਿੱਦੇ ਉਹਨਾਂ ਨੇ ਮਾਨ ਸਾਹਿਬ ਨੂੰ ਪੰਜਾਬ ਦੀ ਬਾਗਡੋਰ ਸੰਭਾਲਤੀ, ਉਹਦੇ ਉਹ ਕਹਿੰਦੇ ਵੀ ਨਹੀਂ ਇਹ ਤਾਂ ਫਿਰ ਪੰਜਾਬ ਵਿਰੋਧੀ ਆ। ਹੁਣ ਮੈਨੂੰ ਇਹ ਦੱਸੋ, ਇੱਕ ਬੰਦਾ ਦਮਿੰਦਰਪਾਲ ਭੁੱਲਰ ਦੀ ਰਿਹਾਈ ਦੇ ਵਿੱਚ ਲਈ ਹੱਕ ਦੇ ਵਿੱਚ ਚਿੱਠੀ ਲਿਖ ਰਿਹਾ, ਦੂਜਾ ਬੰਦਾ ਉਸੇ ਟਾਈਮ ਵਿਰੋਧ ਕਰ ਰਿਹਾ ਵੀ ਪੰਜਾਬ ਦਾ ਮਾਹੌਲ ਖਰਾਬ ਹੋ ਜੂ। ਸਰਦਾਰ ਸੁਖਬੀਰ ਸਿੰਘ ਬਾਦਲ ਚਿੱਠੀ ਘੁੰਮ ਰਹੀ ਹੈ, ਮੈਂ ਨਹੀਂ ਕਹਿ ਰਹੀ, ਮੀਡੀਆ 'ਚ ਆਇਆ ਹੋਇਆ ਸਾਰਾ ਕੁਝ ਜਨਤਕ ਆ, ਮੈਂ ਨਹੀਂ ਕਹਿ ਰਹੀ। ਅਗਲੀ ਗੱਲ, ਵਿਰੋਧੀ ਕੌਣ ਹੋਇਆ? ਫਿਰ ਵਿਰੋਧੀ ਕੌਣ ਹੋਇਆ? ਇਹ ਕੋਈ ਇਹ ਜਿਹੜੇ ਪਲਾਨ ਤੇ ਕਰ ਰਹੇ ਆ, ਸੋਸ਼ਲ ਮੀਡੀਆ ਅਟੈਕ ਕਰ ਰਹੇ ਆ, ਪੰਜਾਬ ਦੀ ਜਨਤਾ ਇੰਨੇ ਜਣੇ ਬੈਠੇ ਆ, ਸਾਰੇ ਜਾਣਦੇ ਆ ਵੀ ਕੀ ਸੱਚ ਆ ਕੀ ਝੂਠ ਹੈ। ਇਸ ਟਾਈਮ ਪੰਜਾਬ ਦੇ ਵਿੱਚ ਸੈਂਟਰ ਨੂੰ ਵੀ ਭਾਜੜ ਪਈ ਹੋਈ ਹੈ, ਪੂਰੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਵੀ ਕਿਵੇਂ ਨਾ ਕਿਵੇਂ ਪੰਜਾਬ 'ਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਰੋਕ ਲਓ। ਜੇ ਇਹ ਇੱਕ ਵਾਰੀ ਪੰਜਾਬ 'ਚ ਸਟੇ ਕਰ ਗਏ, ਇਹਨਾਂ ਨੇ ਦਿੱਲੀ ਵਾਲੇ ਕੰਮ ਕਰ ਦੇਣੇ ਆ, ਸਿਹਤ, ਸਿੱਖਿਆ ਤੇ ਸੁਰੱਖਿਆ ਤੇ ਇਹਨਾਂ ਨੂੰ ਮੁੜ ਕੇ ਹਰਾਉਣਾ ਔਖਾ ਹੋ ਜੂ। ਇੱਥੇ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਜੀ? ਅਕਾਲੀ ਦਲ ਨਾਲ ਜਾਂ ਕਾਂਗਰਸ ਨਾਲ? ਮੁਕਾਬਲਾ ਭ੍ਰਿਸ਼ਟਾਚਾਰ ਨਾਲ, ਮਾਫੀਏ ਨਾਲ ਆ, ਮੁਕਾਬਲਾ ਨਸ਼ੇ ਦੇ ਸਮਗਲਰਾਂ ਨਾਲ ਆ, ਮੁਕਾਬਲਾ ਜਿਹੜੀ ਪੰਜਾਬ ਦੇ ਵਿੱਚ ਇਹਨਾਂ ਦੀ ਗੰਦੀ ਰਾਜਨੀਤੀ ਦਲਦਲ ਕਰਦੀ ਆ ਉਹਦੇ ਨਾਲ ਆ। ਇਹ ਦੋਨਾਂ ਸਿਆਸੀ ਪਾਰਟੀਆਂ ਦਾ ਕੋਈ ਮੁਕਾਬਲਾ ਨਹੀਂ, ਕਿਉਂਕਿ ਇਹਨਾਂ ਦਾ ਮੁਕਾਬਲਾ ਆਪਸ 'ਚ ਹੋਏਗਾ। ਤੁਹਾਡੇ ਹਲਕੇ ਤੋਂ ਐਤਕੀ ਉਮੀਦਵਾਰ ਬਣਾਏ ਗਏ ਆ ਜੱਗਾ ਹਿੱਸੋਵਾਲ, ਜਿਹੜੇ ਕਿ ਪਹਿਲਾਂ ਤੁਹਾਡੀ ਪਾਰਟੀ ਦੇ ਵਿੱਚ ਸੀ, ਪਹਿਲਾਂ ਤੁਸੀਂ ਇਕੱਠੇ ਸੀ, ਐਤਕੀ ਵਿਰੋਧੀ ਬਣ ਕੇ ਟੱਕਰ ਗਿਆ ਤੁਹਾਨੂੰ। ਦੇਖੋ ਜੀ, ਆਮ ਆਦਮੀ ਪਾਰਟੀ ਦੇ ਨਾਲ ਖੜੀ ਆ ਤੇ ਖੜੀ ਰਹੇਂਗੀ, ਸੱਚਾ ਸਿਪਾਹੀ ਆ ਆਮ ਆਦਮੀ ਪਾਰਟੀ ਦਾ। ਜੱਗਾ ਹਿੱਸੋਵਾਲ ਜੀ 17 'ਚ ਜਿੱਤੇ ਸੀ, ਲੋਕਾਂ ਨੇ ਬਹੁਤ ਬਹੁਮਤ ਨਾਲ ਜਿਤਾਇਆ ਸੀ। ਉਸ ਤੋਂ ਬਾਅਦ ਇਦਾਂ ਕਿਉਂ ਆ ਜੀ? ਤੁਹਾਡੇ 8-9 ਐਮਐਲਏ ਤਕਰੀਬਨ ਛੱਡ ਕੇ ਚਲੇ ਗਏ, 20 ਜਿਤਾਏ ਸੀਗੇ, 9 ਛੱਡ ਕੇ ਚਲੇ ਗਏ। ਹੁਣ ਕੀ ਲੱਗਦਾ ਜੇਕਰ ਹੁਣ ਵੀ ਜਿਤਾਤੇ ਲੋਕਾਂ ਨੇ ਫਿਰ ਨਾ ਛੱਡ ਕੇ ਚਲੇ ਜਾਣ? ਦੇਖੋ ਜੀ, ਇਹ ਤਾਂ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ, ਕਾਂਗਰਸ ਦੇ ਤਾਂ ਮੰਤਰੀ ਵੀ ਚਲੇ ਗਏ, ਅਕਾਲੀਆਂ ਦੇ ਚਲੇ ਗਏ, ਪਹਿਲਾਂ ਢੀਂਡਸਾ ਨਿਕਲ ਗਏ, ਫਿਰ ਉਹ ਨਿਕਲ ਗਿਆ, ਉਹ ਤਾਂ ਚਲੇ ਗਏ। ਇਹ ਤਾਂ ਪੋਲੀਟੀਕਲ ਸਮੀਕਰਨ, ਇਹ ਨਹੀਂ ਕਹਿ ਸਕਦੇ ਵੀ ਆਮ ਆਦਮੀ ਪਾਰਟੀ ਦੇ ਇਕੱਲੇ ਗਏ। ਉਹ ਜ਼ਿਆਦਾਤਰ ਇਹ ਵੱਖਰੀ ਪਾਰਟੀਆਂ ਦੇ ਲੋਕ ਕਿਤੇ ਭਰੋਸਾ ਕਰਨ, ਦਲ ਬਦਲੂ ਤੇ ਤੁਹਾਨੂੰ ਲੱਗਦਾ ਨਹੀਂ ਕੋਈ ਦਲ ਬਦਲੂਗਾ ਤੇ ਕੋਈ ਲੀਗਲ ਕੋਈ ਬਣਨਾ ਚਾਹੀਦਾ? ਜਦੋਂ ਪਹਿਲਾਂ ਕਾਂਗਰਸ 'ਚ ਫਿਰ ਅਕਾਲੀ 'ਚ ਫਿਰ ਨਹੀਂ ਅਕਾਲੀਆਂ ਟਿਕਟ ਦਿੱਤੀ ਉੱਧਰ, ਪਰ ਉਹ ਕਹਿੰਦੇ ਅਸੀਂ ਵਿਕਾਸ ਕਰਨਾ, ਕਿ ਲੋਕ ਕਿਉਂ ਭਰੋਸਾ ਕਰਨ? ਲੋਕ ਭਰੋਸਾ ਕਰਦੇ ਆ, ਪਰ ਰਾਤੋਂ ਰਾਤ ਜਿਹੜੇ ਉਮੀਦਵਾਰ ਆ ਉਹ ਬਦਲ ਜਾਂਦੇ, ਰਾਤੋਂ ਰਾਤ ਪਾਰਟੀ ਬਦਲ ਦਿੰਦੇ ਆ। ਐਂਟੀ ਡਿਫੈਕਸ਼ਨ ਲਾ ਇਸ ਵਾਰ ਕਾਂਗਰਸ ਸਰਕਾਰ ਲੈ ਕੇ ਆਈ ਵਿਧਾਨ ਸਭਾ ਦੇ ਵਿੱਚ। ਐਂਟੀ ਡਿਫੈਕਸ਼ਨ ਲਿਆ, ਇੱਕ ਪਾਸੇ ਮੁੱਖ ਮੰਤਰੀ ਐਂਟੀ ਡਿਫੈਕਸ਼ਨ ਲਾ ਪ੍ਰੈਜ਼ੈਂਟ ਕਰ ਰਿਹਾ ਵੀ ਕੋਈ ਪਾਰਟੀ ਦਾ ਐਮਐਲਏ ਦਲ ਬਦਲੂ ਨਾ ਹੋਵੇ, ਠੀਕ ਹੈ, ਐਮਐਲਏ ਦਲ ਬਦਲੂ ਨਾ ਹੋਵੇ। ਉਸੇ ਟਾਈਮ ਮੁੱਖ ਮੰਤਰੀ ਆਪਦੇ ਲਿਆਂਦੇ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ, ਜੱਗਾ ਹਿੱਸੋਵਾਲ ਨੂੰ ਆਪਦੀ ਵਿਧਾਨ ਸਭਾ ਦੇ ਵਿੱਚ ਬਿਠਾ ਰਿਹਾ। ਇਦੋਂ ਵੱਡੀ ਚਪੇੜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ, ਚੱਲਦੇ ਸੈਸ਼ਨ 'ਚ ਪਾਰਟੀ ਬਦਲੀ ਗਈ। ਚੱਲਦੇ ਸੈਸ਼ਨ 'ਚ ਪਾਰਟੀ ਬਦਲਾਈ ਗਈ, ਉਹ ਵੀ ਉਦੋਂ ਜਦੋਂ ਸਰਕਾਰ ਐਂਟੀ ਡਿਫੈਕਸ਼ਨ ਲਾ ਲੈ ਕੇ ਆ ਰਹੀ ਹੈ ਵੀ ਅੱਗੇ ਤੋਂ ਕੋਈ ਇਹੋ ਜਿਹਾ ਨਾ ਕਰੇ। ਉਹ ਕਹਿੰਦੇ ਵੀ ਅੱਗੇ ਤੋਂ ਕੋਈ ਇਹੋ ਜਿਹਾ ਨਾ ਕਰੇ, ਪਰ ਸਾਨੂੰ ਕਰਨ ਦਿਓ, ਕਿਉਂਕਿ ਸਾਡੀ ਸਰਕਾਰ ਆ, ਅਸੀਂ ਗੁੰਡਾਗਰਦੀ ਕਰਾਂਗੇ। ਜਿਹੜੀ ਗੱਲ ਤੁਸੀਂ ਕਹੀ ਆ ਬਈ ਕਿਉਂ ਲੋਕ ਪਾਰਟੀਆਂ ਬਦਲਦੇ ਆ, ਲੋਕ ਕਿਹਦੇ ਤੇ ਵਿਸ਼ਵਾਸ ਕਰਨ? ਲੋਕਾਂ ਨੂੰ ਇੱਕੋ ਗੱਲ ਕਹਿਣੀ ਆ, ਪਰਖ ਲਓ। ਇੱਥੇ ਫੇਰ ਜੱਗਾ ਜੀ ਆਏ ਹੋਏ ਆ, ਪਰਖ ਲਓ, ਜੇ ਮਨਜ਼ੂਰ ਆ ਤਾਂ ਠੀਕ ਹੈ। ਅਸੀਂ ਤਾਂ ਸਾਫ਼ ਕਹਿੰਦੇ ਆ, ਮੈਂ ਤੁਹਾਡੇ ਆਉਣ ਤੋਂ ਪਹਿਲਾਂ ਵੀ ਕਹਿ ਰਹੀ ਸੀ, ਤੁਸੀਂ ਸੁਣਿਆ ਹੋਵੇਗਾ, 5 ਸਾਲ ਦੇ ਵਿੱਚ ਜੇ ਅਸੀਂ ਕੰਮ ਕੀਤੇ ਆ ਤਾਂ ਸਾਨੂੰ ਵੋਟ ਪਾਓ, ਜੇ ਅਸੀਂ ਤੁਹਾਡੇ 'ਚ ਰਹੇ ਆ ਤਾਂ ਵੋਟ ਪਾਓ, ਨਹੀਂ ਅਸੀਂ ਤੁਹਾਡੀ ਵੋਟ ਦੇ ਹੱਕਦਾਰ ਨਹੀਂ ਆ, ਬਿਲਕੁਲ ਨਾ ਚੁਣਿਓ, ਕਿਉਂਕਿ ਜੱਦੀ ਪੁਸ਼ਤੀ ਜਾਇਦਾਦ ਨਹੀਂ, ਇਹ ਵੋਟਾਂ ਨਾਲ ਚੁਣੀ ਜਾਣ ਵਾਲੀ ਚੀਜ਼ ਆ। ਤੁਸੀਂ ਲੋਕਾਂ ਦਾ ਫਤਵਾ ਸਾਨੂੰ ਸਿਰ ਮੱਥੇ, ਪਰ ਸਾਡੇ ਭਗਵੰਤ ਮਾਨ ਜੀ ਨੇ 7 ਸਾਲ ਲੋਕ ਸਭਾ 'ਚ ਕੰਮ ਕਰਕੇ ਦਿਖਾਤੇ, ਸਾਡੇ ਐਮਐਲਏ ਨੇ ਭਾਵੇਂ ਥੋੜੇ ਰਹੇ, ਉਹਨਾਂ ਨੇ ਇੱਥੇ ਕੰਮ ਕਰਕੇ ਦਿਖਾਤੇ। ਤੇ ਅਸੀਂ ਤਾਂ ਇੱਕ ਵਾਰ ਮੌਕਾ ਕੇਜਰੀਵਾਲ 'ਚ ਭਗਵੰਤ ਮਾਨ ਜੀ ਨੂੰ ਚਾਹੀਦਾ, ਪੰਜਾਬ ਨੂੰ ਬਿਹਤਰ ਕਰਨ ਦੇ ਲਈ, ਪੰਜਾਬ ਨੂੰ ਤਰੱਕੀ ਦੀ ਪੌੜੀ। ਮੈਡਮ ਇੱਕ ਲਾਸਟ ਸਵਾਲ ਹੈ, ਲੋਕ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਆ ਕਿ ਤੁਸੀਂ ਹਮੇਸ਼ਾ ਦਿੱਲੀ ਮਾਡਲ ਦੀ ਗੱਲ ਹੀ ਕਰਦੇ ਹੋ, ਕਿ ਦਿੱਲੀ 'ਚ ਅਸੀਂ ਸਕੂਲ ਬਣਾਤੇ, ਦਿੱਲੀ ਦੇ ਵਿੱਚ ਅਸੀਂ ਮੁਹੱਲਾ ਕਲੀਨਿਕ ਬਣਾਤੇ, ਪੰਜਾਬ ਨੂੰ ਪੰਜਾਬ ਮਾਡਲ ਚਾਹੀਦਾ, ਕਹਿੰਦੇ ਪੰਜਾਬ ਦੇ ਮੁੱਦੇ ਅਲੱਗ ਨੇ, ਹਮੇਸ਼ਾ ਦਿੱਲੀ ਮਾਡਲ ਦੀ ਕਿਉਂ ਹੀ ਗੱਲ ਆਮ ਆਦਮੀ ਪਾਰਟੀ ਕਰਦੀ ਆ? ਕਿਉਂਕਿ ਦਿੱਲੀ 'ਚ ਅਸੀਂ ਸਰਕਾਰ ਬਣਾਈ ਹੈ। ਪੰਜਾਬ ਮਾਡਲ ਦੇ ਵਿੱਚ ਕੀ ਹੈ? ਨਸ਼ਾ। ਪੰਜਾਬ ਮਾਡਲ ਦੇ ਵਿੱਚ ਦੋਨੇ ਸਰਕਾਰਾਂ ਨੇ ਕੀ ਦਿੱਤਾ? ਬੇਰੁਜ਼ਗਾਰੀ। ਪੰਜਾਬ ਮਾਡਲ ਦੇ ਵਿੱਚ ਦੋਨੇ ਸਰਕਾਰਾਂ ਨੇ ਕਿਸਾਨਾਂ ਨੂੰ ਕੀ ਦਿੱਤਾ? ਫਾਂਸੀ ਦੇ ਫੰਦੇ, ਖੁਦਕੁਸ਼ੀ ਦੇ ਫੰਦੇ। ਜਿਹੜੇ ਗੁਜਰਾਤ ਮਾਡਲ ਦੀ ਮੋਦੀ ਗੱਲ ਕਰਦਾ ਸੀ, ਉਹ ਵੀ ਫਲੋਪ ਹੋ ਗਿਆ। ਸਾਡੇ ਤਾਂ ਜੇ ਮੈਲੀਨਾ ਟਰੰਪ ਜੀ ਪੰਜਾਬ ਦਿੱਲੀ ਦੇਖਣ ਆਉਂਦੇ ਆ, ਉਹ ਕਹਿੰਦੇ ਮੈਂ ਕੋਈ ਐਸਾ ਤੀਰਥ ਇਸ਼ਨਾਨ ਨਹੀਂ ਦੇਖਣਾ, ਮੈਨੂੰ ਤਾਂ ਅਸਥਾਨ ਨਹੀਂ ਦੇਖਣਾ, ਮੈਨੂੰ ਤਾਂ ਦਿੱਲੀ ਦੇ ਸਰਕਾਰੀ ਸਕੂਲ ਦਿਖਾ ਦਿਓ। ਤੇ ਸਾਡੇ ਸਰਕਾਰੀ ਸਕੂਲ ਦੇ ਬੱਚੇ ਉਹਨਾਂ ਨਾਲ ਗੱਲ ਕਰਕੇ ਆਪਦੀ ਕਾਰਗੁਜ਼ਾਰੀ ਦਿਖਾਉਂਦੇ ਆ। ਦਿੱਲੀ ਮਾਡਲ
ਅਸੀਂ ਕਹਿ ਰਹੇ ਹਾਂ ਇਸ ਇਲੈਕਸ਼ਨ 'ਚ ਅਗਲੀ ਇਲੈਕਸ਼ਨ ਅਸੀਂ ਪੰਜਾਬ ਮਾਡਲ ਦੇ ਨਾਂ ਤੇ ਲੜਨੀ ਹੈ, ਕਿਉਂਕਿ ਅਸੀਂ ਪੰਜਾਬ 'ਚ ਕੰਮ ਕਰਕੇ ਦਿਖਾਵਾਂਗੇ ਉਹੇ ਜੇ। ਪੂਰੇ ਦੇਸ਼ 'ਚ ਪੰਜਾਬ ਮਾਡਲ ਚੱਲੂ, ਫਿਰ ਪੂਰੇ ਦੇਸ਼ 'ਚ ਪੰਜਾਬ ਮਾਡਲ ਚੱਲੂ। ਦਿੱਲੀ ਮਾਡਲ ਛੱਡ ਦੋਗੇ? ਨਹੀਂ ਜੀ, ਦੇਖੋ ਬਜ਼ੁਰਗ ਘਰ 'ਚ ਬੈਠਾ ਹੋਵੇ, ਬੱਚਾ ਉਹਦੀ ਸਲਾਹ ਲੈ ਕੇ ਨਾ ਤੁਰੇ, ਮੈਂ ਕਹਿੰਦੀ ਹਾਂ ਲਾਹਨਤ ਹੈ ਜੇ ਜਵਾਕ ਤੋਂ ਜਿਹਨੇ ਬਜ਼ੁਰਗ ਨੇ ਜ਼ਿੰਦਗੀ ਕੱਟੀ ਆ, ਉਹਨੇ ਜ਼ਿੰਦਗੀ ਦੇਖੀ ਆ। ਅਰਵਿੰਦ ਕੇਜਰੀਵਾਲ ਸਾਡੇ ਬਜ਼ੁਰਗ ਹੈ, ਰਹਿਣਗੇ। ਭਗਵੰਤ ਮਾਨ ਉਹਨਾਂ ਦੀ ਅਗਵਾਈ 'ਚ ਕੰਮ ਕਰਦੇ ਰਹੇ ਆ ਤੇ ਰਹਿਣਗੇ। ਅਸੀਂ ਭਗਵੰਤ ਮਾਨ ਦੀ ਸੇਧ ਲੈਂਦੇ ਰਹੇ ਆ ਤੇ ਰਹਾਂਗੇ। ਪਰ ਜਿੱਥੇ ਗੱਲ ਸਲਾਹ ਦੀ ਆ, ਉੱਥੇ ਅਸੀਂ ਸਲਾਹ ਹਮੇਸ਼ਾ ਲੋਕਾਂ ਨੂੰ ਕਵਾਂਗੇ ਬਈ ਦੇਖੋ, ਦਿੱਲੀ 'ਚ ਪਹਿਲੀ ਵਾਰ ਸਰਕਾਰ ਸਾਡੀ ਆਈ ਸੀ, ਅਸੀਂ ਉੱਥੇ ਸਕੂਲ ਤੇ ਹਸਪਤਾਲਾਂ ਤੇ ਕੰਮ ਕਰਕੇ ਦਿਖਾਇਆ। ਹੋਰ ਅਸੀਂ ਬਿਜ਼ਨਸ ਬਲਾਸਟਰਸ ਹੈਪੀਨੈਸ ਸਕੀਮਾਂ ਸਕੂਲਾਂ 'ਚ ਲਾਗੂ ਕੀਤੀਆਂ, ਜਿਹਦੀ ਤਰੱਕੀ ਆ ਕਿ ਸਰਕਾਰੀ ਸਕੂਲਾਂ ਦੇ ਬੱਚੇ, ਕਿੰਨੇ ਬੱਚੇ IIT 'ਚ ਕਲੀਅਰ ਕੀਤੇ, ਟੌਪਰ ਬਣੇ। ਤੇ ਉਸ ਤੋਂ ਬਾਅਦ ਪੰਜਾਬ ਨੇ ਜਿੱਥੇ ਫੁੱਲ ਫਲੈਸ਼ ਸਰਕਾਰ ਸੀ, ਜਿੱਥੇ ਸਾਰਾ ਕੁਝ ਉਹਦੇ ਹੱਥ ਸੀ, ਉਹਨੇ ਕੀਤਾ, ਉਸ ਤੋਂ ਵੱਧ ਤਰੱਕੀ ਕੀਤੀ। ਹੁਣ ਦੂਜੇ ਰਸਤਾ ਤਾਂ ਇੱਥੋਂ ਹੀ ਖੁੱਲਣਾ। ਪਰਮਾਤਮਾ ਕਰੇ ਪੰਜਾਬ ਦੇ ਲੋਕ ਸਾਥ ਦੇਣ, ਅਸੀਂ ਅਗਲੀ ਵਾਰ ਪੰਜਾਬ ਮਾਡਲ ਪੇਸ਼ ਕਰੀਏ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ। ਇਹ ਸਨ ਸਰਬਜੀਤ ਕੌਰ ਮਾਣੂਕੇ, ਜਿਨ੍ਹਾਂ ਨੇ ਕਿਹਾਗਾ ਕਿ ਅਸੀਂ 5 ਸਾਲਾਂ ਦੇ ਵਿੱਚ ਜੇਕਰ ਕੰਮ ਕੀਤੇ ਆ, ਜੇਕਰ ਲੋਕਾਂ ਦੇ ਵਿੱਚ ਵਿਚਰੇ ਆ ਤਾਂ ਲੋਕ ਸਾਨੂੰ ਵੋਟਾਂ ਪਾਉਣ। ਤੇ ਨਾਲ ਇਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਇੱਕ ਬਿਹਤਰ ਪੰਜਾਬ ਬਣਾਵਾਂਗੇ। ਉਸ ਤੋਂ ਬਾਅਦ ਜਿਵੇਂ ਦਿੱਲੀ ਮਾਡਲ ਦੀ ਹੁਣ ਗੱਲ ਸਾਰੇ ਕਿਤੇ ਆਮ ਆਦਮੀ ਪਾਰਟੀ ਕਰਦੀ ਆ, ਤਾਂ ਇਹਨੇ ਕਿਹਾ ਕਿ ਪੰਜਾਬ ਮਾਡਲ ਦੀ ਗੱਲ ਇਸ ਤੋਂ ਬਾਅਦ ਹੋਊਗੀ। ਤੇ ਨਾਲ ਹੀ ਕਿਹਾਗਾ ਕਿ ਜਿਹੜੇ ਐਲੀਗੇਸ਼ਨ ਪਾਰਟੀ ਤੇ ਲੱਗਦੇ ਆ ਉਹਨਾਂ ਦਾ ਵੀ ਜਵਾਬ ਦਿੱਤਾ। ਦੇਖਣ ਵਾਲਾ ਹੋਊਗਾ ਕਿ ਲੋਕ ਪੰਜਾਬ ਦੇ ਇਸ ਵਾਰ ਕਿਹਨੂੰ ਆਪਣਾ ਮੌਕਾ ਦੇਣਗੇ, ਕਿਹੜੀ ਸਰਕਾਰ ਬਣਾਉਣਗੇ। ਸਿਆਸੀ ਪਾਰਟੀਆਂ ਵਾਅਦੇ ਵੱਡੇ ਵੱਡੇ ਕਰ ਰਹੀਆਂ ਨੇ, ਹਰ ਇੱਕ ਪਾਰਟੀ ਪ੍ਰਚਾਰ ਕਰ ਰਹੀ ਹੈ, ਪਿੰਡਾਂ ਦੇ ਵਿੱਚ ਜਾ ਰਹੀ ਹੈ, ਪਰ ਲੋਕਾਂ ਦਾ ਕੀ ਫਤਵਾ ਆਉਂਦਾ ਗਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ।